की सुन रहे हैं आप प्रभु के वचन चो? आदम का डिगना। आदम का डिगना। तो दूसरे शब्दों में आदम का पतन। आदम का डिगना कोई छोटी मोटी गल नहीं सी, बड़े उच्चिया मुकामां तो वो डिगा। हालेलुया। और ਉਹਦੇ ਕਾਰਨ ਸਾਰੀ ਮਨੁੱਖ ਜਾਤੀ ਦਾ ਪਤਨ ਹੋਇਆ। ਸਾਰੀ ਮਨੁੱਖ ਜਾਤੀ ਉਸ ਸਮਝ ਲਓ ਰੁਤਬੇ ਤੋਂ ਕੀ ਹੋਈ ਆ? ਡਿੱਗੀ ਆ। ਉਸ ਜਲਾਲ ਤੋਂ ਡਿੱਗੀ ਆ, ਠੀਕ ਹੈ ਨਾ? ਉਸ ਪਿਆਰ ਤੋਂ ਡਿੱਗੀ ਜਿਹੜਾ ਖੁਦਾ ਨੇ ਆਦਮੀ ਲਈ ਰੱਖਿਆ ਸੀ। ਹਾਲੇਲੂਇਆ। ਸੋ ਤੇਰੀ ਕਾਫੀ ਗੱਲਾਂ ਅਸੀਂ ਧਿਆਨ ਕਰ ਚੁੱਕੇ ਹਾਂ। ਇਹਦੀ ਮੇਰੇ ਖਿਆਲ ਚੌਥੀ ਗੱਲ, ਹਾਂ ਸੱਤਵੀਂ ਗੱਲ आप देख रहे थे आदम के डिगन का। सतवीं गल आदम के डिगन के परिणाम की हुए, सिੱਟੇ की हुए। हालेलुया। सो पहली गल की सी? बोलिए। सारे मनुखा विच किसी भी जाति, मजहब, कौम दे क्यों ना हो, सारे ही परमेश्वर दे सामने। किसी भी मजहब के होण, जाति के होण, बरादरी के होण, देश के होण, कौम के होण, सारे काहदे विच चले गए? पाप। परमेश्वर सारे कि नजर देखता? पापियां की नजर नाल। हालेलुया। किथे एक अपने दोस्त की नजर नाल, अपने स्वरूप की नजर के नाल, अपने संतान की नजर के नाल देख रहा सीगा अदन दे बाग दे। पर जदों इन्हें आज्ञा नूं तोड़ दिता ते उस टाइम तो खुदा नूं किदां देखण लग पिया? पाप। जिन्ने मर्जी हो जाण, जिहड़े मर्जी बस विच चल जाण, जो मर्जी कर लैण, सारे की अपना पाप दे विच। और ਉਹਦੇ ਲਈ ਅਸੀਂ ਕੁਝ ਵਚਨ ਪੜ ਚੁੱਕੇ ਸੀ। ਫਿਰ ਅਗਲੀ ਗੱਲ ਆਪਾਂ ਇਹਦੇ ਵਿੱਚ ਦੇਖੀ ਸੀ, ਮੇਰਾ ਖਿਆਲ ਹੈ ਹਾਂ ਸਾਰਾ ਸੰਸਾਰ ਦੰਡ ਅਤੇ ਪ੍ਰਕੋਪ ਅਤੇ ਸ਼ਰਾਪ ਦੇ ਅਧੀਨ ਹੈ। ਹਾਂ, ਸਾਰਾ ਸੰਸਾਰ ਦੰਡ, ਪ੍ਰਕੋਪ ਤੇ ਸ਼ਰਾਪ ਦੇ ਅਧੀਨ ਹੈ। ਇਹਦੇ ਲਈ ਵਚਨ ਆਪਾਂ ਪੜ ਚੁੱਕੇ ਸੀ। ਔਰ ਹੁਣ ਆਪਾਂ ਤੀਸਰੀ ਗੱਲ ਇਹਦੀ ਦੇਖਾਂਗੇ। ਜਿਨ੍ਹਾਂ ਮਨੁੱਖਾਂ ਨੂੰ ਨਵਾਂ ਜੀਵਨ ਪ੍ਰਾਪਤ ਨਹੀਂ, ਵਿਰਾਟ ਵਿੱਚ ਨਵਾਂ ਜਨਮ ਜਾਂ ਨਵਾਂ ਜੀਵਨ। ਹੁਣ ਅਸੀਂ ਗੱਲ ਕਿਹਦੇ ਤੇ ਵਿਚਾਰ ਕਰਨਾ ਆ? ਇਹਦੇ ਚੋਂ ਨਿਕਲ ਕੇ ਆ ਰਹੀ ਆਦਮ ਦੇ ਪਤਨ ਚੋਂ ਨਿਕਲ ਕੇ ਆ ਰਹੀ ਗੱਲ ਕਿ ਤੀਸਰੀ ਗੱਲ ਇਹਦੇ ਚ ਹੈਗੀ ਆ ਕਿ ਜਿਨ੍ਹਾਂ ਮਨੁੱਖਾਂ ਨੂੰ ਨਵਾਂ ਜਨਮ ਜਾਂ ਨਵਾਂ ਜੀਵਨ ਪ੍ਰਾਪਤ ਨਹੀਂ, ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਨਹੀਂ ਸਗੋਂ शैतान की संतान मन्निया जाता है। भाई कि संतान? जिन्हां दा नवां जन्म किन्ने नेक क्यों ना हो, किन्ने भला भलाई करने वाले क्यों ना हो, किन्ना पूजा पाठ करने वाले क्यों ना हो। हालेलुया। कई थावां ते साडे मसीह भैण भरावां ने सिੱਖਿਆ ना पाई होने के कारण कोई अगला बंदा दो चार गल्लां कह दिंदा ना अपने गुर ज्ञान दियां, जो उत्थे निमो झाणे जे होके आराम नाल बह जांदे। हालेलुया। कि अपने विश्वास दे भी की कर बह जांदे आ? शक कर लैंदे। इसलिए सिੱਖਿਆ बहुत ज्यादा जरूरी है। क्योंकि जिन्हां लोगों को अपने नवे जन्म के बारे ज्ञान नहींगा, बपतिस्मा ले लिया, बपतिस्मे की परिभाषा का नहीं पता, पवित्र आत्मा पा लिया तो पवित्र आत्मा का पता ही नहीं हुंदा की आ, तो वो लोगों का मसीहत विच होना ना होना इक्को बराबर है। इसलिए इतने आप गल की देख रहे हैं कि जिन्ने भी जिन्होंने नवा जन्म नहीं पाया वो की मन्ने जाते भला? शैतान की संतान आ। और यीशु मसीह ने भी कहा तुसी अपने पिता शैतान तो हो। हालेलुया। और इसी तरह पाक रूह दा ਦੀ ਭਰਪੂਰੀ ਪਾਇਆ ਹੋਇਆ ਯਹੋਨਾ ਜਦੋਂ ਬਪਤਿਸਮਾ ਦੇ ਰਿਹਾ ਲੋਕਾਂ ਨੂੰ, ਲੋਕ ਉਹਦੇ ਕੋਲ ਆ ਰਹੇ ਆ ਤੇ ਲੋਕਾਂ ਨੂੰ ਆਉਂਦੇ ਨੂੰ ਕਹਿ ਰਿਹਾ ਇਹ ਸੱਪਾਂ ਦੇ ਬੱਚੇ ਹੋ। ਜਦੋਂ ਜਿਹਦੀ ਅੱਖ ਖੁੱਲ ਜਾਊਗੀ ਉਹਨੂੰ ਆ ਬੰਦੇ ਬੈਠੇ ਕਾਹਦੇ ਨਜ਼ਰ ਆਉਣਗੇ ਭਲਾ? ਹਾਲੇ ਕੋਈ ਕੋਬਰੇ, ਕਈ ਸਪੋਲੀਏ, ਹੈਨਾ, ਕਈ ਤਰ੍ਹਾਂ ਜਿੰਨੇ ਵੀ ਤਰ੍ਹਾਂ ਦੇ ਸੱਪ ਹੁੰਦੇ ਆ। ਹਾਲੇਲੂਇਆ। ਜਿੱਦਾਂ ਮਨੁੱਖ ਇੱਕ ਤਰ੍ਹਾਂ ਦੇ ਨਹੀਂ, इसे तरीके ना सप भी एक तरह के नहीं, मनुख भी कई प्रकार के ते सप भी कई प्रकार के आ। कई जहर थोड़ा है, कई जहर बहुत तेज है, कई डंग मारते सारे पल भर च बंदा पुड़क जाता। हालेलुया।
ਤੇ ਕਈ ਡੰਗ ਨਹੀਂ ਸੱਪ ਮਾਰਦੇ, ਉਹ ਸਿਰਫ ਬਲਾਵਾਂ ਪਾ ਕੇ ਘੁੱਟਦੇ ਹੀ ਆ ਬੰਦੇ ਨੂੰ। ਜੋ ਕੀ ਕਰ ਦਿੰਦੇ ਆ, ਕਈ ਸੱਪ ਬੰਦੇ ਨੂੰ, ਜਾਨਵਰ ਨੂੰ ਕੀ ਕਰ ਦਿੰਦੇ, ਨਿਗਲ ਹੀ ਜਾਂਦੇ ਆ। ਉਹ ਚੀਜ਼ਾਂ ਕਿਹਨਾਂ ਚ ਪਾਈਆਂ ਜਾਂਦੀਆਂ, ਸਾਡੇ ਚ ਪਾਈਆਂ ਜਾਂਦੀਆਂ। ਯਾਨੀ ਕਿ ਸਮਝ ਲਓ ਅਸੀਂ ਜਿੰਨੀ ਜ਼ਿਆਦਾ ਧਰਤੀ ਤੇ ਭਗਤੀ ਕਰਨ ਵਾਲੇ, ਯਿਸੂ ਤੋਂ ਬਗੈਰ ਭਗਤੀ ਕਰਨ ਵਾਲੇ, ਉਹ ਸਮਝ ਲਓ ਉਸੇ ਵੈਰਾਈਟੀ ਦੇ ਆ ਵੀ ਉਹਨਾਂ ਕੋਲ ਉਹ ਗੁਣ ਆ ਵੀ ਕਿੱਦਾਂ ਨਿਕਲਣਾ ਹੈ, ਕਿੱਦਾਂ ਮਾਰਨਾ ਹੈ। ਕਿਉਂਕਿ ਸ਼ੈਤਾਨ ਦਾ ਕੰਮ ਕੀ ਆ, ਯਿਸੂ ਮਸੀਹ ਕਹਿੰਦਾ ਮੈਂ ਆਇਆ ਕਿ ਤੁਸੀਂ ਸਦਾ ਦਾ ਜੀਵਨ ਪਾਓ, ਤੇ ਦੁਸ਼ਟ ਆਉਂਦਾ ਆ ਕਿ ਮਾਰੇ ਵੱਡੇ ਤੇ ਨਾਸ਼ ਕਰੇ। ਕੋਈ ਨਾਸ਼, ਯਾਨੀ ਕਿ ਸਾਡੀ ਜਿੰਨੀ ਮਰਜ਼ੀ ਚਿੱਟੇ ਕੱਪੜੇ ਪਾ ਕੇ, ਮਾਲਾ ਪਾ ਕੇ, ਤਿਲਕ ਲਗਾ ਕੇ, ਜੋ ਵੀ ਮਰਜ਼ੀ ਪਾ ਕੇ ਤੁਸੀਂ ਕਰਕੇ ਭਗਤੀ ਕਰ ਲਓ, ਸਾਰੇ ਕੱਪੜੇ ਲਾ ਕੇ ਭਗਤੀ ਕਰ ਲਓ, ਸਵਾਹ ਪਾ ਕੇ ਭਗਤੀ ਕਰ ਲਓ, ਕੁਝ ਵੀ ਕਰ ਲਓ, ਇਹ ਪਰਮੇਸ਼ਰ ਕੀ ਕਹਿੰਦਾ ਹੈ, ਕਿਹਦੀ ਸੰਤਾਨ, ਸ਼ੈਤਾਨ ਦੀ ਸੰਤਾਨ। ਕਿਉਂਕਿ ਧਰਤੀ ਦੇ ਨਾਮ ਕਿੰਨੇ ਦਿੱਤੇ ਗਏ, ਇੱਕ ਹੀ ਨਾਮ, ਜਿਹਦੇ ਤੋਂ ਅਸੀਂ ਕੀ ਹੋਣਾ ਆ, ਬਚਾਏ ਜਾਣਾ ਆ। ਹੋਰ ਕਿਸੇ ਨਾਮ ਤੋਂ ਕੋਈ ਛੁਟਕਾਰਾ ਹੈਗਾ, ਛੁਟਕਾਰਾ ਨਹੀਂ। ਅਸੀਂ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਹੈ, ਗਹਿਰਾਈ ਦੇ ਨਾਲ ਸਮਝਣਾ ਆ। ਹਾਲੇਲੂਇਆ। ਜਿੰਨੇ ਕੋ ਵੀ ਜਾਣਦੇ ਹਾਂ, ਹੁਣ ਨਵੇਂ ਲੋਕ ਆ, ਪਹਿਲਾਂ ਸਾਨੂੰ ਬੜਾ ਜ਼ਿਆਦਾ ਤੇਜ਼ ਤਲਵਾਰ ਅਸੀਂ ਚਲਾਉਂਦੇ ਸੀ ਬਚਨ ਦੀ, ਉਸੇ ਟਾਈਮ ਵੱਢ ਬੁੱਢ ਦਿੰਦੇ ਵਿਚਾਰਿਆਂ ਕਾਲ ਜੋਗਾ ਨਹੀਂ ਛੱਡਦੇ। ਹੁਣ ਅਸੀਂ ਥੋੜਾ ਜਿਹਾ ਲਿਹਾਜ਼ ਕਰ ਰਹੇ ਹਾਂ। ਹਾਲੇਲੂਇਆ। ਕਿਉਂਕਿ ਜਿਹੜਾ ਆਉਂਦਾ ਪਹਿਲਾਂ ਸਾਡੇ ਕੋਲ ਆਪਣੀਆਂ ਖੁਆਇਸ਼ਾਂ ਹੀ ਰੱਖਦਾ, ਮੇਰੀ ਖੁਆਇਸ਼ ਪੂਰੀ ਹੋਣੀ ਚਾਹੀਦੀ, ਕਿਉਂ ਨਹੀਂ ਚਾਹੀਦੀ। ਹੁਣ ਸਾਡੀ ਬਹੁਤ ਖੁੱਲੀ ਹੋਈ ਰੱਬ ਨੇ, ਅਸੀਂ ਕਹਿੰਦੇ ਪਾਪੀ ਕਹਿੰਦਾ ਮੇਰੀ ਖੁਆਇਸ਼ ਪੂਰੀ ਹੋਈ। ਸਾਡੀ ਸੋਚ ਕੀ, ਪਾਪੀ ਕਹਿੰਦਾ ਕੀ ਹੋ ਜਾਏ, ਮੇਰਾ ਘਰ ਬਣ ਜਾਵੇ, ਮੇਰੀ ਬਿਮਾਰੀ ਚੱਲ ਜਾਵੇ, ਮੇਰਾ ਵੀਜ਼ਾ ਲੱਗ ਜਾਵੇ, ਮੇਰਾ ਫਲਾਣਾ ਹੋ ਜਾਵੇ। ਸੋ ਅਸਲ ਦੇ ਵਿੱਚ ਕੀ ਆ, ਪਾਪੀ ਨੇ ਕਹਿਣਾ ਕੀ ਆ, ਪਾਪੀ ਕੋ ਕਹਿਣ ਦੇ ਵਾਸਤੇ ਪਰਮੇਸ਼ਰ ਦੇ ਲਈ ਪੈਂਦੀ ਸੱਟੇ ਜਿਹਨੇ ਪਾਪ ਦੀ ਹਾਲਤ ਵਿੱਚ ਪਰਮੇਸ਼ਰ ਕੋਲ ਨਾ ਤੇ ਇੱਕ ਹੀ ਸ਼ਬਦ ਆ, ਹੇ ਪਰਮੇਸ਼ਰ ਮੈਂ ਪਾਪੀ ਆ, ਮੈਨੂੰ ਕੀ ਕਰ ਦੇ। ਤੇ ਪਰਮੇਸ਼ਰ ਪਾਪੀ ਦੀ ਇੱਕ ਹੀ ਪ੍ਰਾਰਥਨਾ ਸੁਣਦਾ ਆ, ਪਾਪੀ ਦੀ, ਪਾਪੀਆਂ ਦੀ ਵੀ ਸੁਣਦਾ। ਪਾਪੀ ਦੀ ਕਿਹੜੀ ਪ੍ਰਾਰਥਨਾ ਸੁਣਦਾ ਆ, ਇੱਕ ਹੀ, ਜੇ ਉਹ ਪਾਪ ਤੋਂ ਮਾਫੀ ਮੰਗ ਲੈ ਤਾਂ ਸੁਣ ਲੈਂਦਾ, ਮਾਫ ਕਰ। ਉਹ ਨਹੀਂ ਪਾਪੀ ਦੀ ਕੋਈ ਵੀ ਪ੍ਰਾਰਥਨਾ ਸੁਣਦਾ। ਬਾਕੀ ਜੇਕਰ ਕਿਸੇ ਪਾਪੀ ਦੀ ਪ੍ਰਾਰਥਨਾ ਸੁਣੀ ਜਾ ਰਹੀ ਹੈ ਤੇ ਪਾਪ ਛੱਡ ਨਹੀਂ ਰਿਹਾ, ਤੇ ਸਮਝ ਲਓ ਉਹ ਕੋਈ ਹੋਰ ਹੀ ਸ਼ਕਤੀ ਉਹਦੀ ਤਮੰਨਾ ਕੀ ਕਰ ਰਹੀ ਆ, ਪੂਰੀ ਕਰ ਰਹੀ। ਇੱਕ ਅਜੀਬ ਜਿਹੀ ਗੱਲ ਅੱਜ ਮੈਨੂੰ ਆਈ, ਮੇਰੇ ਛੋਟਾ ਬੇਟਾ ਸਨੀ ਖੁਦਾ ਦੇ ਦਾਸ, ਉਹ ਗਏ ਸੀਗੇ ਇੱਧਰ ਗੁਰਦਾਸਪੁਰ ਸਾਹਿਬ, ਗੁਰਦਾਸਪੁਰ ਗਏ ਤੇ ਉਹ ਜਿਹੜੇ ਘਰ ਦੇ ਵਿੱਚ ਗਏ ਤੇ ਉਹ ਬਹੁਤ ਜ਼ਿਆਦਾ ਜ਼ਬਰਦਸਤ ਸਮਝ ਲਓ ਉਹ ਪੀਰ ਹੈ ਬਾਬਾ, ਤੇ ਉਹਨੂੰ ਪ੍ਰਭੂ ਦੇ ਬਾਰੇ ਪਤਾ ਚੱਲ ਗਿਆ ਤੇ ਉਹ ਪ੍ਰਭੂ ਨੂੰ ਹੀ ਮੰਨਣਾ ਚਾਹੁੰਦਾ ਹੈ, ਯਿਸੂ ਮਸੀਹ ਨੂੰ ਮੰਨਣਾ ਚਾਹੁੰਦਾ, ਹੋਰ ਕਿਸੇ ਪਾਸੇ ਜਾਣਾ ਚਾਹੁੰਦਾ ਨਹੀਂ। ਪਰ ਉਹਨੂੰ ਕੋਈ ਉਹਦੇ ਕੋਲ ਜਾਣ ਦੇ ਲਈ ਵੀ ਕਿਸੇ ਕੋਲ ਟਾਈਮ ਨਹੀਂ। ਜਿਹੜੇ ਸਾਡੇ ਖੁਦਾ ਦੇ ਦਾਸ ਆ, ਉਹਨਾਂ ਦੇ ਕੋਲ ਕੰਮ ਵੀ ਆਪਣਾ ਕਰ ਰਹੇ, ਜੋਬ ਵੀ ਕਰ ਰਹੇ, ਇਸ ਲਈ ਉਹਨਾਂ ਕੋਲ ਟਾਈਮ ਨਹੀਂ ਨਿਕਲ ਰਿਹਾ ਉਹਨਾਂ ਨੂੰ ਜਾਣ ਦਾ। ਪਰ ਉਹਨਾਂ ਨੇ ਇੱਕ ਟਾਈਮ ਤੇ ਤੌਬਾ ਕਰ ਲਈ ਹੋਈ, ਤੇ ਜਦੋਂ ਦੀ ਉਹਨਾਂ ਤੌਬਾ ਕੀਤੀ ਤੇ ਉਹਨੇ ਉਹ ਪੂਜਾ ਪੁਜਾਰੀ ਛੱਡਤੀ ਹੋਈ ਹੈ, ਪੀਰਾਂ ਦੇ ਚਰਾਗ ਚਰੂਗ ਛੱਡਤੇ ਹੋਏ ਆ, ਤੇ ਉਹਦੇ ਢਿੱਡ ਨੂੰ ਫੜਿਆ ਪਿਆ, ਉਹਨੂੰ ਹਰ 10 ਮਿੰਟ ਬਾਅਦ ਟੌਇਲਟ ਆਉਂਦੀ, ਕਿੰਨੇ ਦਿਨਾਂ ਤੋਂ। ਇਹ ਤਾਂ 2-3 ਦਿਨ ਇਦਾਂ ਹੋ ਜਾਏ ਤਾਂ ਬੰਦਾ ਨਿਚਰ ਜਾਂਦਾ, ਠੀਕ ਹੈ ਨਾ। ਤੇ ਉਹ ਫਿਰ ਕੱਲ ਕਰਕੇ ਆਏ ਬੰਦੀ ਉੱਥੇ ਸ਼ਿਵਾ ਜੀ ਤੋਂ ਦੂਸਰੇ ਬ੍ਰਦਰ ਨੇ, ਉੱਥੇ ਉਹ ਚੀਜ਼ ਉਹਦੇ ਚੋਂ ਬੋਲੀ ਵੀ ਜਾਂਦੀ ਕਿ ਕਹਿੰਦੀ ਵੀ ਆ ਜਿਹੜਾ ਪਾਦਰੀ ਹੈ ਨਾ, ਪਾਦਰੀ ਸਾਲ ਸਾਹਿਬ, ਇਹਦੇ ਪਾਦਰੀ ਜਿਹੜਾ ਇਹ ਆਪਣੇ ਪਿਓ ਦਾ ਤਾਂ ਸ਼ਰਾਬ ਪੀਂਦਾ ਮਰ ਗਿਆ, ਇਹ ਆਪਣੇ ਪਿਓ ਨੂੰ ਤਾਂ ਬਚਾ ਨਹੀਂ ਸਕੇ। ਚੀਜ਼ ਬੋਲੀ ਅੰਦਰੋਂ, ਧਿਆਨ ਨਾਲ ਸੁਣਿਓ, ਠੋਕਰ ਖਾਣ ਵਾਲੇ ਇੱਕਦਮ ਖਾਣਗੇ। ਚੀਜ਼ ਬੋਲੀ ਪਾਦਰੀ ਨੂੰ, ਇਹਦਾ ਪਿਓ ਕਿੱਦਾਂ ਮਰ ਗਿਆ ਵੀ, ਸ਼ਰਾਬ ਪੀਂਦਾ ਮਰ ਗਿਆ। ਤੇ ਸਨੀ ਨੂੰ ਕਹਿੰਦਾ, ਸ਼ਿਵਾ ਨੂੰ ਕਹਿੰਦਾ ਇਹਦੀ ਤਾਂ ਵੱਖੀ ਦੁਖਦੀ ਰਹਿੰਦੀ, ਕਹਿੰਦਾ ਜੇ ਹੁਣ ਕਵੇ ਤਾਂ ਐਸੇ ਟਾਈਮ ਮੈਨੂੰ ਠੀਕ ਕਰ ਸਕਦਾ। ਦੱਸੋ, ਤੇ ਤੁਹਾਡੇ ਵਰਗੇ ਜਾਣ ਤੇ ਜਾ ਕੇ ਪੂਜਾ ਹੀ ਉਸ ਬਾਬੇ ਦੀ ਕਰਨੀ ਸ਼ੁਰੂ ਕਰ ਦੇ। ਹਾਲੇਲੂਇਆ। ਤੇ ਉਹਨੇ ਉਹਨਾਂ ਦੇ ਨਾਲ ਕਰ ਆ ਕੇ ਇਹ ਕੰਮ ਕਰ ਕਰਕੇ ਲੋਕਾਂ ਦੇ ਰੋਗ ਠੀਕ ਕਰਕੇ, ਉਹਨਾਂ ਦੀ ਤਮੰਨਾ ਪੂਰੀਆਂ ਕਰਾ ਕਰਕੇ ਬੜੀ ਵੱਡੀ ਬਿਲਡਿੰਗ ਬਣਾਈ ਹੋਈ, ਕਿਤੇ ਪੂਰਾ ਖੁੱਲੀ ਡੁੱਲੀ ਬਿਲਡਿੰਗ ਹੈ, ਬਹੁਤ ਤਕੜਾ ਵਿਹੜਾ ਹੈ, ਸਾਰਾ ਕੁਛ ਉੱਥੇ। ਪਰ ਹੁਣ ਉਹਨੂੰ ਸੱਚਾਈ ਪਤਾ ਲੱਗੇ ਤੇ ਉਹਦੇ ਵਿੱਚੋਂ ਚੀਜ਼ ਬੋਲੀ, ਉਹ ਕਹਿੰਦਾ ਮੈਂ ਇਸ ਚੀਜ਼ ਤੋਂ ਛੁਟਕਾਰਾ ਚਾਹੁੰਦਾ, ਮੈਂ ਹੁਣ ਇਹਦਾ ਸਹਾਰਾ ਲੈ ਕੇ ਹੋਰ ਕੁਝ ਕਰਨਾ ਨਹੀਂ ਚਾਹੁੰਦਾ, ਕਿਉਂਕਿ ਚੀਜ਼ ਤਾਂ ਮੇਰੇ ਵਿੱਚੋਂ ਕਰਨ ਦੀ ਤਿਆਰ ਹੈ ਕੋਈ, ਪਰ ਮੈਨੂੰ ਪਤਾ ਲੱਗਿਆ ਮੇਰਾ ਅੰਤ ਕੀ ਆ, ਮਾੜਾ ਹੈ।
ਉੱਥੇ ਵਿਸਾਨੀ ਨੇ ਕਿਹਾ, ਕਹਿੰਦੇ ਇਸ ਦਰਦ ਦੇ ਵਿੱਚ ਹੀ ਮੈਂ ਪ੍ਰਭੂ ਕੋ ਜਾਊਂਗਾ, ਤੇਰੇ ਕੋ ਦਰਦ ਠੀਕ ਕਰਾਊਂਗਾ ਨਹੀਂ। ਹਾਲੇਲੂਇਆ, ਹਾਲੇਲੂਇਆ। ਸੋ ਮੇਰੇ ਕਹਿਣ ਦਾ ਮਤਲਬ ਹੈ ਜਿਹੜੀਆਂ ਚੀਜ਼ਾਂ ਜਿਹੜੇ ਬਾਬੇ ਛਾਬੇ ਬੈਠੇ ਆ ਨਾ, ਇਹ ਕਿਤੇ ਐਵੇਂ ਨਹੀਂ ਬੈਠੇ, ਕੋਈ ਤਾਕਤ ਨਾਲ ਕੰਮ ਕਰਦੀ ਆ। ਇਹ ਲੋਕਾਂ ਦੀਆਂ ਤਮੰਨਾ ਪੂਰੀਆਂ ਕਰਵਾ ਸਕਦੇ ਆ ਤੇ ਤਮੰਨਾ ਪੂਰੀਆਂ ਹੁੰਦੀਆਂ ਵੀ ਆ, ਪਰ ਇਹਨਾਂ ਕੋ ਮੁਕਤੀ ਨਹੀਂ। ਇਹਨਾਂ ਨੇ ਖੁਦ ਵੀ ਮੁਕਤੀ ਪਾਈ ਨਹੀਂ, ਨਾ ਪਾਉਣਗੇ। ਇਹਨਾਂ ਕੋ ਜਾਣ ਵਾਲੇ ਵੀ ਮੁਕਤੀ ਪਾ ਸਕਣਗੇ, ਪਾ ਨਹੀਂ ਸਕਣਗੇ। ਉਹਨਾਂ ਦਾ ਦੇਖੋ ਗਿਆਨ ਕਿੰਨਾ ਆ। ਉਹਦੇ ਡੈਡੀ ਦੇ ਬਾਰੇ ਤਾਂ ਜਾਣਦਾ ਵੀ ਨਹੀਂ ਸੀ, ਜਿਹੜਾ ਭਾਈ ਆ ਅਸਲ ਵਿੱਚ ਜਿਹਦੇ ਵਿੱਚ ਬੋਧੀ ਸ਼ਕਤੀ ਉਹ ਜਾਣਦੇ, ਪਰ ਉਹਦੇ ਵਿੱਚ ਇਹਦੀ ਸ਼ਕਤੀ ਜਾਣਦੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। तो ਤੁਹਾਡੇ ਵਰਗੇ ਕਮਜ਼ੋਰ ਵਿਸ਼ਵਾਸੀਆਂ ਨੂੰ ਅਸੀਂ ਇਦਾਂ ਦੇ ਕੋਲ ਲੈ ਜਾਈਏ ਨਾ, ਕਿਸੇ ਚੀਜ਼ ਕੱਢਣ ਕਿਸੇ ਤੇ ਤੁਸੀਂ ਤਾਂ ਕਹਿਣਾ ਵੀ ਭਾਈ ਬਾਜੀ ਦੀ ਉਹਲੇ ਨਾ ਕਿਸੇ ਦਿਨ ਹੋ ਕੇ ਜਾਵਾਂ। ਇਹ ਕਰ ਦਿੰਦੇ ਤਮੰਨਾ ਪੂਰੀ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਆ, ਅੱਜ ਜੇਕਰ ਕੋਈ ਇਨਸਾਨ ਨਵਾਂ ਜਨਮ ਨਹੀਂ ਪਾ ਰਿਹਾ ਤੇ ਉਹਨੂੰ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ, ਕਿਹਦੀ ਸੰਤਾਨ ਆ? ਸ਼ੈਤਾਨ ਦੀ ਸੰਤਾਨ ਆ। ਕਿੱਡਾ ਵੀ ਡੇਰੇ ਵਾਲਾ ਮਾਲਕ ਹੋਵੇ, ਗੁਰਦੁਆਰੇ ਦਾ ਮਾਲਕ ਹੋਵੇ, ਚਰਚ ਦਾ ਮਾਲਕ ਹੋਵੇ, ਮੈਂ ਚਰਚ ਵਿੱਚ ਲੈਣਾ ਹੈ। ਹਾਲੇਲੂਇਆ। ਜੇਕਰ ਉਹਦਾ ਨਵਾਂ ਜਨਮ ਨਹੀਂ ਹੋਇਆ ਕਿਉਂ ਕੀ ਹੈ ਭਲਾ? ਇਸੇ ਲਈ ਯਿਸੂ ਮਸੀਹ ਕਹਿੰਦਾ ਬੁਰਿਆਰੋ ਮੇਰੇ ਤੋਂ ਦੂਰ ਹੋ, ਕਿਉਂਕਿ ਕਈ ਚਰਚਾਂ ਦੇ ਵਿੱਚ ਚੰਗਾਈ ਤੇ ਜ਼ੋਰ ਦਿੱਤਾ ਹੈ ਨਾ, ਤਮੰਨਾ ਪੂਰੀਆਂ ਹੁੰਦੀਆਂ, ਵੀਡੀਓ ਪਾਏ ਜਾਂਦੇ, ਲੋਕੀ ਜਾਏ ਜਾਂਦੇ ਘੁਲਕੇ ਭਰ ਕੇ। ਇਹ ਸਾਰੇ ਫਾਟਕ ਕਿਹੜਾ ਨੂੰ ਮਿਲ ਗਿਆ? ਖੁੱਲਾ। ਰਾਹ ਵੀ ਕਿਹੜਾ ਮਿਲ ਗਿਆ? ਖੁੱਲਾ। ਜਿੰਨੀਆਂ ਮਰਜ਼ੀ ਜੀਨਾ ਟੌਪ ਬੁੜੀਆਂ ਪਾ ਕੇ ਚੱਲ ਜਾਣ, ਸ਼ਿੰਗਾਰ ਕਰਕੇ ਬੁੜੀਆਂ ਚੱਲ ਜਾਣ, ਬੰਦੇ ਪਾਟੀਆਂ ਪੈਂਟਾਂ ਪਾ ਕੇ ਚੱਲ ਜਾਣ, ਪਾਦਰੀ ਨੂੰ ਕੋਈ ਮਤਲਬ? ਪਾਦਰੀ ਮਤਲਬ ਭੀੜ ਆਉਣੀ ਚਾਹੀਦੀ ਆ। ਇਸ ਵਾਰੀ 10,000, ਅਗਲੀ ਵਾਰੀ 1,000 ਹੋਰ ਵਧਣਾ ਚਾਹੀਦਾ। ਹਾਲੇਲੂਇਆ। ਆ ਜਿੰਨਿਆਂ ਨੂੰ ਅਸੀਂ 30 ਸਾਲਾਂ ਤੋਂ ਲੈ ਕੇ ਚੱਲ ਰਹੇ ਹਾਂ, ਇਹ ਤੋਂ ਕਈ ਗੁਣਾ ਤਾਂ ਉਹਨਾਂ ਦੇ ਕੋਲ ਇੱਕ ਦਿਨ 'ਚ ਹੀ ਆ ਜਾਂਦੇ ਆ। ਹਾਲੇਲੂਇਆ, ਹਾਲੇਲੂਇਆ। ਪਰ ਅਸਲ ਦੇ ਵਿੱਚ ਉਹ ਕੀ ਆ? ਤੂੜੀ ਆ। ਤੂੜੀ ਕੀ ਆ ਭਲਾ? ਤੂੜੀ ਦਾ ਖਲਾਰ ਬਹੁਤ ਹੁੰਦਾ ਆ, ਪਰ ਕਣਕ ਦਾ ਵਜਨ ਬਹੁਤ ਜ਼ਿਆਦਾ। ਹਾਲੇਲੂਇਆ। ਤੇ ਉਹਦਾ ਖਲਾਰ ਹੁੰਦਾ। ਹਾਲੇਲੂਇਆ। ਇਸ ਲਈ ਅਸੀਂ ਦੇਖਣਾ ਹੈ, ਇਹ ਭੀੜਾਂ ਭੂੜਾਂ ਦੇ ਚੱਕਰਾਂ 'ਚ ਪੈਣ ਦਾ ਸਾਨੂੰ ਨਹੀਂ ਹੋਣਾ। ਅਸੀਂ ਦੇਖਣਾ ਹੈ, ਆਪਣੇ ਆਪ 'ਚ ਚੈੱਕ ਕਰਨਾ ਕੀ ਮੇਰਾ ਨਵਾਂ ਜਨਮ ਹੋਇਆ ਆ। ਹਾਲੇਲੂਇਆ। ਮੈਂ ਕਹੂੰਗਾ ਫਲਾਨਾ ਪਾਦਰੀ ਮੇਰਾ ਪਿਓ ਆ, ਫਲਾਨਾ ਚਮਤਕਾਰੀ ਮੇਰਾ ਪਿਓ, ਠੀਕ ਹੈ, ਤੇਰਾ ਮੰਨਦੇ ਪਿਓ। ਹਾਲੇਲੂਇਆ। ਕਿਉਂਕਿ ਉਹਦਾ ਵੀ ਕੋਈ ਪਿਓ ਆ ਜਿਹਦੀ ਉਹ ਸੰਤਾਨ ਹੈ, ਤੇ ਤੂੰ ਵੀ ਉਹਦੀ ਸੰਤਾਨ ਹੈ, ਤੁਹਾਡਾ ਘਰਾਣਾ ਉਹਦਾ ਹੀ ਹੈ। ਹਾਲੇਲੂਇਆ। ਪਰ ਕੀ ਨਵਾਂ ਜਨਮ ਹੋਇਆ? ਨਵਾਂ ਜਨਮ ਜੇਕਰ ਨਹੀਂ ਹੋਇਆ ਤੇ ਤੇਰੇ ਕਿਸੇ ਡੇਰੇ ਦਾ ਮਤਲਬ ਨਹੀਂ, ਕੋਈ ਤੇਰੇ ਗੁਰਦੁਆਰੇ ਦਾ ਕੋਈ ਮਤਲਬ ਨਹੀਂ, ਤੇਰੇ ਚਰਚ ਦਾ ਕੋਈ ਮਤਲਬ ਨਹੀਂ, ਤੇਰੇ ਪਾਦਰੀ ਪਾਠੀ ਗ੍ਰੰਥੀ ਦਾ ਕੋਈ ਮਤਲਬ ਨਹੀਂ। ਸਭ ਤੋਂ ਪਹਿਲਾਂ ਜ਼ਰੂਰੀ ਕੀ ਆ? ਯਿਸੂ ਨੇ ਤੇ ਜ਼ੋਰ ਦੇ ਕੇ ਕਿਹਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ। ਕਿੰਨੀ ਵਾਰੀ? ਪੱਕਾ। ਇਹਦੇ 'ਚ ਕੋਈ ਸ਼ੱਕ ਹੈਗੀ? ਮੈਂ ਤੈਨੂੰ ਸੱਚ ਸੱਚ ਆਖਦਾ, ਜੇਕਰ ਕੋਈ ਜਨ ਨਵੇਂ ਸਿਰਿਓਂ ਪੈਦਾ ਨਾ ਹੋਵੇ, ਪਰਮੇਸ਼ਵਰ ਦੇ ਰਾਜ ਨੂੰ ਦੇਖ ਵੀ ਨਹੀਂ ਸਕਦਾ। ਵੜਨ ਦੀ ਤਾਂ ਗੱਲ ਹੀ, ਵੜਨ ਲਈ ਤਾਂ ਗਿਆਨ ਕੁਛ ਹੋਰ ਹੈ। ਅਜੇ ਤਾਂ ਅਸੀਂ ਦੇਖਣ ਦੇ ਲਈ ਲੋਕਾਂ ਨੂੰ ਇਨਕਰੇਜ ਕਰ ਰਹੇ ਹਾਂ ਵੀ ਭਾਈ ਧਿਆਨ ਕਰੋ ਇਧਰ ਨੂੰ, ਜੇ ਕਮ ਸੇ ਕਮ ਉਹਦੇ ਰਾਜ ਨੂੰ ਦੇਖਣਾ ਚਾਹੁੰਦੇ, ਦੇਖਣ ਦੀ ਸ਼ਰਤ ਆ ਨਵਾਂ ਜਨਮ ਆ। ਤੇ ਜੇ ਵੜਨਾ ਚਾਹੁੰਦੇ ਤੇ ਨਵਾਂ ਜੀਵਨ ਜਿਹੜਾ ਨਾ, ਉਹਦੀ ਚਾਲ ਚੱਲਣੀ ਪੈਣੀ ਹੈ। ਜੇ ਉਹਦੀ ਚਾਲ 'ਚ ਕੋਈ ਗੜਬੜ ਪਾਈ ਨਹੀਂ ਤੇ ਫਿਰ ਵੜ ਸਕੂੰਗਾ, ਵੜ ਨਹੀਂ ਸਕੂੰਗਾ। ਹਾਲੇਲੂਇਆ। ਇਹ ਵੀ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ। ਸਾਡੇ ਕੋਲ ਸਵਾਲ ਉੱਤੇ ਰਾਤੀ ਉਹਨਾਂ ਨੇ ਵੀ ਕੀਤਾ, ਜਿਹਨਾਂ ਚੋਂ 11 ਸ਼ਕਤੀਆਂ ਗਈਆਂ, ਵਿੱਚ ਜਿੰਨ ਵੀ ਸੀਗਾ ਤੇ 10 ਭੂਤ ਪ੍ਰੇਤ ਸੀਗੇ। ਹਾਂ, ਉਹ ਜਿੰਨ ਕਹਿੰਦਾ ਮੈਂ ਇਹਦੇ ਨਾਲ ਵਿਆਹ ਆਇਆ, ਮੈਂ ਇਹਨੂੰ ਕਿੱਦਾਂ ਛੱਡਾਂ? ਹਾਲੇਲੂਇਆ। ਤੈਨੂੰ ਇਹਨੂੰ ਛੱਡਣਾ ਹੀ ਪੈਣਾ ਆ, ਕਿਉਂਕਿ ਇਹਨੂੰ ਕਿਸੇ ਨੇ ਖਰੀਦਿਆ ਪਿਆ ਆ ਲਹੂ ਦੇ ਕੇ। ਹਾਲੇਲੂਇਆ। ਧੋਖੇ ਨਾਲ ਇਹਦੇ ਨਾਲ ਵਿਆਹ ਗਿਆ, ਉਹਦੀ ਅਨਪੁਣੇ ਦਾ ਕਰਕੇ ਵਿਆਹ ਗਿਆ, ਉਹਦੀ ਬੁੱਧ ਨਹੀਂ ਖੁੱਲੀ ਤੋਂ ਇਹਦੇ ਨਾਲ ਵਿਆਹ ਗਿਆ, ਕੋਈ ਸਮੱਸਿਆ ਨਹੀਂ। ਪਰ ਉਹਨਾਂ ਦੇ ਜਿਹਦੇ ਨਾਲ ਪਹਿਲਾਂ ਵਿਆਹੀ ਹੋਈ ਨਾ, ਉਹਦਾ ਦਾਵਾ ਹੋ ਗਿਆ ਹੈ। ਜਿਹੜਾ ਪਹਿਲੀ ਵਿਆਹੀ ਦੇ ਨਾਲ ਸਾਡਾ ਕਾਨੂੰਨ ਆ, ਪਹਿਲੀ ਵਿਆਹੀ ਦੇ ਨਾਲ ਕੋਈ ਦੂਸਰਾ ਕੋਈ ਕਰਦਾ ਆ ਤੇ ਉਹਨੂੰ ਤਲਾਕ ਦਾ ਉਹਦੇ ਕੋਲ ਹੋਣਾ ਜ਼ਰੂਰੀ ਆ। ਜੇਕਰ ਏਦਾਂ ਧੱਕੇ ਨਾ ਕਰਦਾ, ਉਹਨੂੰ ਕੀ ਭਲਾ? ਸਜ਼ਾ ਹੈ। ਤੀਸਰੀ, ਇਹਨੂੰ ਕੀ ਕਰਨਾ ਪੈਣਾ? ਤੈਨੂੰ ਛੱਡਣਾ ਪੈਣਾ। ਇਹਦਾ ਅਸਲੀ ਹੱਕਦਾਰ ਕੀ ਹੋ ਗਿਆ ਆ ਗਿਆ। ਤੂੰ ਤਾਂ ਇਹਦੇ ਨਾਲ ਹੋਣ ਪਿਆ ਨਾ 2-4 ਸਾਲ ਤੋਂ 10 ਸਾਲ ਤੋਂ,
ਉਹਨੇ ਇਹਦੇ ਨਾਲ ਵਿਆਹ ਕਦੋਂ ਦਾ ਕੀਤਾ ਹੋਇਆ? 2000 ਸਾਲ ਪਹਿਲਾਂ ਲਹੂ ਦੇ ਕੇ। ਤੇ ਇਹਨੂੰ ਚੁਣਿਆ ਕਦੋਂ ਦਾ ਹੈ? ਆ ਮੇਰੀ ਹੋਊਗੀ, ਚਾਹੇ ਵਿੰਗੀ ਹੋਊਗੀ, ਬੋਲੀ ਹੋਊਗੀ, ਕਾਲੀ ਹੋਊਗੀ, ਗੋਰੀ ਹੋਊਗੀ, ਇਹ ਮੇਰੀ ਹੋਊਗੀ। ਤੇ ਐਸ ਸਦੀ ਚ ਹੋਊਗੀ, ਤੇ ਐਸ ਘਰ ਚ ਹੋਊਗੀ, ਐਸ ਪਿੰਡ ਦੀ ਹੋਊਗੀ। ਹਾਲੇਲੂਇਆ। ਪੱਕੀ ਮੋਹਰ ਉਹਦੇ ਤੇ ਆ। ਤੇ ਜਦੋਂ ਇਹ ਹੁਣ ਉਹਦੇ ਕੋਲ ਵਾਪਸ ਆ ਗਈ ਆ, ਹੁਣ ਇਹਨੂੰ ਕੋਈ ਹੋਰ ਇਹਦੇ ਤੇ ਹੱਕ ਜਤਾ ਸਕਦਾ। ਹਾਲੇਲੂਇਆ। ਇਸ ਨੂੰ ਉਹ ਸ਼ੈਤਾਨ ਦੀ ਸੰਤਾਨ ਤੋਂ ਕਿੱਧਰ ਹੋ ਗਿਆ ਕਨਵਰਟ? ਪ੍ਰਭੂ ਦੀ ਸੰਤਾਨ। ਸੋ ਸਾਨੂੰ ਚਾਹੀਦਾ ਕੀ ਆ? ਨਵਾਂ ਜਨਮ। ਨਵਾਂ ਜਨਮ ਨਹੀਂ ਤੇ ਅਸੀਂ ਕੀ ਹੋ ਗਏ ਆ? ਸ਼ੈਤਾਨ ਦੀ ਸੰਤਾਨ ਆ। ਇਹਦੇ ਤੇ ਆਪਾਂ ਥੋੜਾ ਮਨਨ ਕਰ ਲੈਂਦੇ ਆ। ਯੋਹੰਨਾ ਦੀ ਇੰਜੀਲ 8 ਅਧਿਆਇ ਉਹਦੀ 44 ਆਇਤ। ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ। ਤੁਸੀਂ ਕੀ ਹੋ? ਪ੍ਰਭੂ ਆਉਣ ਵਾਲਿਆਂ ਨੂੰ ਕੀ ਕਹਿ ਰਿਹਾ ਭਲਾ? ਤੁਸੀਂ ਤਾਂ ਆਪਣੇ ਪਿਓ ਸ਼ੈਤਾਨ ਤੋਂ ਹੋ। ਹਾਂ, ਅਤੇ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਕੀ ਕਰਨਾ ਚਾਹੁੰਦੇ ਆ? ਆਪਣੇ ਪਿਓ ਤੁਹਾਡੇ ਪਿਓ ਦੇ ਵਿੱਚ ਵੀ ਕਾਮਨਾ ਸੀ ਤੇ ਤੁਹਾਡੇ ਵਿੱਚ ਵੀ ਕੀ ਆ? ਕਾਮਨਾ ਹੈ। ਸਿਰਫ ਸਾਡੇ 'ਚ ਕੋਈ ਅਭਿਲਾਸ਼ਾ ਆ ਤੇ ਅਸੀਂ ਕਿਹਦੇ ਤੋਂ ਆ? ਸ਼ੈਤਾਨ ਤੋਂ। ਤੇ ਅੱਜ ਖੁਦਾ ਨੇ ਅਭਿਸ਼ਿਕਤ ਦਾਸ ਕਾਹਦੇ ਲਈ ਰੱਖੇ ਹੋਇਆ? ਸਭ ਤੋਂ ਪਹਿਲਾਂ ਤਲਵਾਰ ਕਿੱਥੇ ਚੱਲਣੀ? ਕਿਹੜੀ ਚੀਜ਼ ਤੇ? ਕਾਮਨਾ ਤੇ, ਅਭਿਲਾਸ਼ਾ ਤੇ। ਔਰ ਉਹਨੂੰ ਇਹ ਜਾਣੂ ਕਰਾਉਣਾ ਆ, ਭਾਈ ਇਹ ਜਿਹੜੀ ਤੇਰੀ ਕਾਮਨਾ ਆ, ਇਹ ਤੇਰੇ ਅੰਦਰ ਦਾ ਪਾਪ ਆ। ਇਹ ਜਿਹੜਾ ਤੂੰ ਪਾਪੀ ਹੋ ਕੇ ਵੀ ਆਪਣੇ ਪਾਪ ਲਈ ਦੁਖੀ ਨਹੀਂ ਤੇ ਆਪਣੇ ਪ੍ਰਮਾਤਮਾ ਨਾਲ ਰੋਜ਼ ਗਿਲੇ ਕਰਦਾ ਤੇ ਰੋਜ਼ੇ ਰੱਖਦਾ, ਪ੍ਰਾਰਥਨਾ ਕਰਦਾ, ਜਿਹੜੀ ਚਾਹੇ ਮਰਜੀ ਧਾਰਮਿਕ ਸਥਾਨ ਤੇ ਜਾਣਾ, ਤੂੰ ਆਪਣੇ ਤਮੰਨਾ ਹੀ ਪੂਰੀਆਂ ਕਰਾਈ ਜਾ ਰਿਹਾ, ਆਪਣੇ ਪਾਪ ਵੱਲ ਦੇਖਦਾ ਹੀ ਨਹੀਂਗਾ। ਇਹ ਪਾਪ ਨੂੰ ਤੇਰੇ ਵਿੱਚੋਂ ਕੀ ਹੋਣਾ ਆ? ਦੂਰ ਹੋਣਾ ਆ। ਹਾਲੇਲੂਇਆ। ਹਾਲੇਲੂਇਆ। ਅਭਿਲਾਸ਼ਾ ਦੀ ਤਾਂ ਅੱਜ ਭਜਨ ਗਾਏ ਜਾ ਰਹੇ ਆ ਮੰਦਿਰਾਂ ਮਸਜਿਦਾਂ ਚਰਚਾਂ ਵਿੱਚ। ਹਾਲੇਲੂਇਆ। ਹਨਾ? ਉਹ ਮੰਦਿਰਾਂ ਦਾ ਕੀ ਸ਼ਲੋਕ ਹੈਗਾ? ਸੁਖ ਸੰਪਤੀ ਘਰ ਆਵੇ, ਕਸ਼ਟ ਮਿਟੇ ਤਨ ਕਾ। ਉਹ ਤਨ ਦੇ ਕਸ਼ਟ ਮਿਟਾਉਣ ਤੇ ਹੋਏ ਪ੍ਰਾਣ ਤੇ ਆਤਮਾ ਦੇ ਬਾਰੇ ਪਤਾ ਨਹੀਂ ਕੀ ਹੋਣ ਡਿਆ। ਉਹਨੂੰ ਕੀ ਚਾਹੀਦਾ ਆ, ਉਹਦੀ ਕੀ ਲੋੜ ਆ, ਉਹਦੇ ਬਾਰੇ ਪਤਾ ਹੀ ਨਹੀਂ। ਉਹ ਇਹਦੇ ਨਾਲ ਢੁੱਕਦੇ ਗੀਤ ਅੱਜ ਚਰਚਾਂ ਵਿੱਚ ਚੱਲਦੇ ਆ। ਹਾਲੇਲੂਇਆ। ਯਿਸੂ ਕੋਲ ਆਇਆ, ਤੈਨੂੰ ਬਰਕਤਾਂ ਮਿਲ ਜਾਣਗੀਆਂ। ਯਿਸੂ ਕੋਲ ਆਉਣ ਵਾਲੇ ਨੂੰ ਕਿਸੇ ਚੀਜ਼ ਦਾ ਘਾਟਾ ਰਹਿੰਦਾ ਨਹੀਂ। ਹਾਲੇਲੂਇਆ। ਸੋ ਇਹਦਾ ਮਤਲਬ ਉਪਦੇਸ਼ ਨੂੰ ਕੀ ਕਰ ਦਿੱਤਾ ਗਿਆ ਹੋਇਆ ਆ? ਵਿਗਾੜ ਕੇ ਲੋਕਾਂ ਦੇ ਵਿੱਚ ਦੇ ਦਿੱਤਾ। ਹਾਲੇਲੂਇਆ। ਹਾਲੇਲੂਇਆ। ਸੋ ਇਹਦਾ ਮਤਲਬ ਆ ਜਿਹੜਾ ਉਪਦੇਸ਼ ਹੈ ਕਿਹਨਾਂ ਦੇ ਵਾਸਤੇ ਆ? ਯਿਸੂ ਦੇ ਚੁਣੇ ਹੋਇਆਂ ਵਾਸਤੇ। ਹਾਲੇਲੂਇਆ। ਤੇ ਜਦੋਂ ਮੈਂ ਸੁਣਾ ਕੇ ਬਾਅਦ ਚ ਇਹਦੇ ਤੋਂ ਚੈੱਕ ਕਰਦਾ ਵੀ ਕਿਸੇ ਭੈਣ ਭਰਾ ਨੇ ਦੇਖਿਆ ਕਿ 10-15 ਜਣੇ ਨੇ ਦੇਖਿਆ ਹੁੰਦਾ, ਕਿੰਨਾ ਦੁੱਖ ਆਉਂਦਾ ਅੰਦਰ। ਇਹਦਾ ਮਤਲਬ ਸੱਚਾਈ ਸੁਣਨ ਲਈ ਕੋਈ ਵੀ ਨਹੀਂ। ਚਰਚਾਂ 'ਚ ਦਾਵਾ ਕਰਨ ਵਾਲੇ ਅੱਜ ਜਲੰਧਰ ਵਿੱਚ ਕਿੰਨੇ ਲੱਖਾਂ ਲੋਕ ਹੋ ਗਏ ਆ, ਲੱਖਾਂ ਲੋਕ। ਪਰ ਸੱਚਾਈ ਨੂੰ ਸੁਣਨ ਵਾਲੇ, ਵਚਨ ਨੂੰ ਸੁਣਨ ਵਾਲੇ, ਵਚਨ ਦੀ ਪਹਿਚਾਣ ਕਰਨ ਵਾਲੇ, ਮੈਂ ਕਿਹਾ ਇੱਥੇ ਜਾਣ ਕੇ ਹਜ਼ਾਰਾਂ ਦੇ ਪਿੱਛੇ ਮੰਨ ਲਓ, 1000 ਪਿੱਛੇ ਮੰਨ ਲਓ ਤੁਸੀਂ 100 ਜਣਾ ਵੀ ਲਾਓ, ਕੋਈ ਸੱਚੀ ਮੁੱਚੀ ਅੱਧ ਪਚੱਧ ਸੱਚਾਈ ਨੂੰ ਜਾਣਨਾ ਚਾਹੁੰਦਾ ਹੈ। 1000 ਪਿੱਛੇ 100 ਤੇ 1 ਲੱਖ ਪਿੱਛੇ ਕਿੰਨੇ ਹੋ ਜਾਣਗੇ? 1000 ਹੋ ਜਾਣੇ ਚਾਹੀਦੇ। ਔਰ 1000 ਦੇ ਨਾਲ ਇੱਕ ਕਮੈਂਟ ਬਾਕਸ ਜਿਹੜਾ ਭਰ ਜਾਣਾ ਚਾਹੀਦਾ ਵੀ ਭਾਈ ਵਾਕਈ ਇਸ ਗੱਲ ਨੇ ਤਾਂ ਮੇਰੇ ਦਿਲ ਨੂੰ ਛਿੱਦ ਦਿੱਤਾ, ਇਸ ਗੱਲ ਨੇ ਤਾਂ ਮੈਨੂੰ ਤੋੜ ਕੇ ਰੱਖ ਦਿੱਤਾ। ਨਹੀਂ ਹੋ ਰਿਹਾ। ਕਾਰਨ ਕੀ ਆ? ਉਹ ਜਿਹੜਾ ਇੱਥੇ ਕਬਜ਼ਾ ਆ ਨਾ ਸੰਸਾਰ ਤੇ, ਉਹ ਜਲਦੀ ਕਿਤੇ ਕਿਸੇ ਦੀ ਬੁੱਧੀ ਖੁੱਲਣ ਦਿੰਦਾ ਹੀ ਨਹੀਂ। ਹਾਲੇਲੂਇਆ। ਹਾਲੇਲੂਇਆ। ਕਈ ਵਾਰ ਇਦਾਂ ਦਾ ਮਾਹੌਲ ਦੇਖ ਕੇ ਮੈਂ ਬੰਦ ਕਰਨ ਦੀ ਕੋਈ ਕੀਤੀ, ਕੀ ਪਤਾ ਫੇਸਬੁੱਕ ਤੇ ਪਾਉਂਦੇ ਲੋਕੀ ਦੇਖਦੇ ਨੇ। ਫਿਰ ਮਨ ਚ ਆਇਆ ਚੁਣੇ ਹੋਏ ਥੋੜੇ, ਸੱਦੇ ਹੋਏ ਕਿੰਨੇ ਆ? ਸੱਦੇ ਬਹੁਤ ਆ। ਪਤਾ ਨਹੀਂ ਮੇਰੇ ਮਰਨ ਤੋਂ ਬਾਅਦ ਹੋ ਸਕਦਾ, ਜੇ ਆਮਦ ਤੋਂ ਬਾਅਦ ਪਹਿਲਾਂ ਮੈਂ ਹੋ ਜਾਣਾ, ਚਲੇ ਜਾਣਾ ਤੇ ਕਿਸੇ ਦੀ ਗੱਲ ਖਾਣੀ ਪੈ ਜਾਊਗੀ। ਹਾਲੇਲੂਇਆ। ਤੇ ਮੈਂ ਤਾਂ ਸੋਚਦਾ ਇਹ ਸੁਣ ਕੇ ਅਗਰ ਕੋਈ ਇੱਕ ਜਾਨ ਵੀ ਬਚ ਜਾਵੇ ਤੇ ਮੇਰੇ ਲਈ ਸਮਝ ਲਓ ਫੇਸਬੁੱਕ ਮੁਬਾਰਕ ਹੋ। ਹਾਲੇਲੂਇਆ। ਇੱਕ ਜਾਨ ਵੀ ਬਚ ਗਈ। ਹਾਲੇਲੂਇਆ। ਪ੍ਰਭੂ ਦੀ ਕਿਰਪਾ ਨਾਲ ਬਚ ਰਹੇ ਆ। ਅਮਰੀਕਾ ਤੋਂ ਸੁਣ ਰਹੇ ਆ, ਕੈਨੇਡਾ ਤੋਂ ਸੁਣ ਰਹੇ ਆ, ਦੁਬਈ ਤੋਂ ਸੁਣ ਰਹੇ, ਫਿਲੀਪਾਈਨ ਤੋਂ ਸੁਣ ਰਹੇ ਆ, ਸਿੰਗਾਪੁਰ ਤੋਂ ਸੁਣ ਰਹੇ ਲੋਕ। ਹਾਲੇਲੂਇਆ। ਹਾਲੇਲੂਇਆ। ਸੁਣਾਓ ਇਹ ਕਹਿੰਦਾ ਤੁਸੀਂ ਕਿਹਦੇ ਤੋਂ ਆ? ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਤੇ ਉਹਦੀ ਕਾਮਨਾ ਦੇ ਅਨੁਸਾਰ ਕੀ ਕਰਦੇ ਆ? ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਹਾਂ, ਅਤੇ ਸੱਚਾਈ ਉੱਤੇ ਟਿਕਿਆ ਨਾ ਰਿਹਾ। ਹਾਂ, ਕਿਉਂਕਿ ਉਸ ਵਿੱਚ
ਸੱਚਾਈ ਹੈ ਨਹੀਂ। ਸੱਚਾਈ ਹੈ ਹੀ ਨਹੀਂ ਸੀ, ਨਾ ਸੱਚਾਈ ਤੋਂ ਟਿਕਿਆ ਰਿਹਾ ਤੇ ਨਾ ਹੀ ਉਹਦੇ ਚ ਸੱਚਾਈ ਹੈਗੀ ਸੀ। ਹਾਂ, ਜਦ ਉਹ ਝੂਠ ਬੋਲਦਾ ਹੈ ਹਾਂ, ਤਾਂ ਉਹ ਆਪਣੀਆਂ ਹੀ ਹੱਕਦਾ ਹੈ, ਹਾਂ, ਕਿਉਂਕਿ ਉਹ ਝੂਠਾ ਹੈ ਹਾਂ। ਅਤੇ ਝੂਠ ਦਾ ਪਤੰਦਰ ਹੈ। ਝੂਠ ਦਾ ਪਤੰਦਰ ਆ, ਝੂਠਾ ਵੀ ਆ ਤੇ ਝੂਠ ਦਾ ਪਤੰਦਰ ਵੀ ਆ। ਐਸਾ ਹੈ ਉਹ ਦੁਸ਼ਟ ਜਿਹਦੇ ਵਸ ਵਿੱਚ ਅੱਜ ਸੰਸਾਰ ਪਿਆ ਹੋਇਆ ਹੈ। ਸੰਸਾਰ ਦੇ ਭਗਤੀ ਕਰਨ ਵਾਲੇ ਪਏ ਹੋਏ ਆ। ਹਰ ਮਜ਼ਹਬ ਦੇ ਵਿੱਚ ਭਗਤੀ ਦੇ ਕਿੰਨੇ ਕਿੰਨੇ ਸਥਾਨ ਅਲੱਗ-ਅਲੱਗ ਹੋ ਗਏ। ਹਿੰਦੂਆਂ ਦੇ ਭਗਤੀ ਦੇ ਕਿੰਨੇ ਤਰੀਕੇ ਬਣ ਗਏ, ਸਿੱਖਾਂ ਦੀ ਭਗਤੀ ਦੇ ਕਿੰਨੇ ਤਰੀਕੇ ਤੇ ਕਿੰਨੇ ਗੁਰਦੁਆਰੇ ਬਣ ਗਏ। ਹਾਲੇਲੂਇਆ। ਮੁਸਲਮਾਨਾਂ ਦੀ ਭਗਤੀ ਦੇ ਕਿੰਨੀਆਂ ਜਗ੍ਹਾ ਸਥਾਨ ਬਣ ਗਈਆਂ। ਇਸੇ ਤਰ੍ਹਾਂ ਈਸਾਈਆਂ ਦੀ ਭਗਤੀ, ਹਾਲੇਲੂਇਆ, ਕਿੰਨੇ ਚਰਚ ਬਣ ਗਏ, ਕਿੰਨੇ ਨਾਵਾਂ ਦੇ ਚਰਚ ਬਣ ਗਏ, ਕਿੰਨੇ ਮਿਸ਼ਨਾਂ ਦੇ ਵਿੱਚੋਂ ਵੰਡੇ ਗਏ। ਸ਼ੈਤਾਨ ਕੀ ਕਰ ਰਿਹਾ? ਇਸੇ ਤਰੀਕੇ ਨਾਲ ਮਿਸ਼ਨਾਂ 'ਚ ਪਾ ਕੇ ਸੱਚਾਈ ਤੋਂ ਉਹਨਾਂ ਨੂੰ ਕੀ ਕਰਦਾ ਜਾ ਰਿਹਾ। ਪਰ ਵਚਨ ਦੱਸਦਾ ਹੈ ਯਿਸੂ ਮਸੀਹ ਸਾਰਿਆਂ ਮਿਸ਼ਨਾਂ 'ਚੋਂ ਆਪ ਆਪਣੀ ਕਲੀਸਿਆ ਨੂੰ ਕੀ ਕਰ ਰਿਹਾ ਹੈ? ਬਣਾ ਰਿਹਾ। ਸਾਰਿਆਂ ਮਿਸ਼ਨਾਂ ਇਹਦਾ ਖਲਾਲ ਜਿੱਥੇ ਖਲਾਲ ਨੇ ਮੈਂ ਆਪੇ ਚੁੱਕ ਲੈਣੇ। ਹਾਲੇਲੂਇਆ, ਹਾਲੇਲੂਇਆ। ਮੈਂ ਆਪਣੇ ਵਚਨ ਦਾ ਚੁੰਬਕ ਲਾ ਕੇ ਹਰ ਜਗ੍ਹਾ ਤੋਂ ਜਿਹੜੇ ਮੇਰੇ ਆ ਉਹ ਕੀ ਕਰ ਲੈਣੇ ਆ? ਚੱਕ ਲੈਣੇ ਆ। ਹਾਲੇਲੂਇਆ। ਤੂੰ ਮਿੱਟੀ ਘੱਟਾ ਲੈ ਕੇ ਇੱਥੇ ਬੈਠਾ ਰਹੀ। ਹਾਲੇਲੂਇਆ, ਹਾਲੇਲੂਇਆ। ਤੇ ਮਿੱਟੀ ਵਿੱਚ ਹੀ ਮਿਲ ਜਾਊਗੀ। ਆ ਜਾਓ। ਚੌਥੀ ਗੱਲ, ਇਹਦੇ ਵਿੱਚ ਇੱਕ ਵਚਨ ਹੋ ਰਿਹਾ, ਯੋਨਾ 1:12। ਇਹ 'ਚ ਆਪਣਾ ਜਿਹੜਾ ਦੇਖ ਰਹੇ ਗੱਲ ਆ, ਇਹ ਜਿਹੜੇ ਸਿੱਟੇ ਆ ਦੇ ਆਦਮ ਦੇ ਪਾਪ ਵਿੱਚ ਡਿੱਗਣ ਦੇ ਸਿੱਟੇ ਕੀ ਹੋਏ ਆ, ਉਹਦੇ 'ਚ ਆਪਾਂ ਦੇਖ ਰਹੇ ਹਾਂ। ਚੌਥੀ ਗੱਲ, ਤੀਜੀ ਗੱਲ ਸੌਰੀ। ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਉਸਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸਦੇ ਨਾਮ ਉੱਤੇ ਨੇਚਾ ਕੀਤੀ। ਹਾਂ, ਹਾਲੇਲੂਇਆ। ਸਾਰੇ ਸ਼ੈਤਾਨ ਤੋਂ ਆ, ਪਰ ਜਿਨ੍ਹਾਂ ਨੇ ਵੀ ਉਹਨੂੰ ਕਬੂਲ ਕੀਤਾ, ਉਹਨੇ ਉਹਨਾਂ ਨੂੰ ਕੀ ਦਿੱਤਾ? ਆਪਣੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ। ਕਿਹਨੇ ਦਿੱਤਾ? ਪ੍ਰਭੂ ਯਿਸੂ ਮਸੀਹ ਨੇ। ਜਦੋਂ ਕਬੂਲ ਕਰਤਾ ਤੇ ਉਹਨੇ ਕੀ ਕਰਤਾ? ਇਹ ਪਿਤਾ ਦੀ ਕੀ ਆ? ਸੰਤਾਨ। ਉਹਦੇ ਧੀਆਂ ਪੁੱਤਰ ਆ। ਇਸ ਲਈ ਅਸੀਂ ਆਪਣੇ ਆਪ ਨੂੰ ਧਿਆਨ ਕਰਨਾ, ਕੀ ਮੇਰਾ ਨਵਾਂ ਜਨਮ ਹੋਇਆ? ਕੀ ਮੈਂ ਉਹਦੀ ਸੰਤਾਨ ਆ? ਕੀ ਉਹਦੀ ਸੰਤਾਨ ਹੋਣ ਦਾ ਕਰਕੇ ਮੇਰੇ 'ਚ ਇੱਕ ਜਲਨ ਜਾਂ ਇੱਕ ਅਣਖ ਆ ਰਹੀ ਆ, ਮੇਰੇ 'ਚ ਜਿਹੜੀ ਗੰਦਗੀ ਆ ਉਹਨੂੰ ਕੱਢਣ ਦੀ, ਜਾਂ ਮੈਂ ਉਸ ਗੰਦਗੀ ਦਾ ਸਵਾਦ ਹੀ ਲੈਣਾ ਚਾਹੁੰਦਾ ਆ? ਗੰਦੇ ਵਿਚਾਰਾਂ ਦਾ, ਗੰਦੇ ਖਿਆਲਾਂ ਦਾ, ਗਾਲਾਂ ਦਾ, ਨਸ਼ਿਆਂ ਦਾ, ਵੈਰ ਵਿਰੋਧ ਦਾ ਸਵਾਦ ਹੀ ਚੱਕੀ ਜਾਣਾ ਚਾਹੁੰਦਾ ਆ? ਇਸ ਮੰਦਰ ਨੂੰ ਹੋਰ ਮੈਲਾ ਹੀ ਕਰਨਾ ਚਾਹੁੰਦਾ ਆ, ਜਾਂ ਇਹਨੂੰ ਸਾਫ਼ ਕਰਨਾ ਚਾਹੁੰਦਾ ਆ? ਇਹ ਮੇਰੇ ਉੱਤੇ ਨਿਰਭਰ ਹੈ। ਆ ਜਾ। ਨਵੇਂ ਜਨਮ ਦੇ ਦੁਆਰਾ ਪਰਮੇਸ਼ਰ ਦੇ ਪੁੱਤਰ ਬਣਦੇ ਹਾਂ। ਨਵੇਂ ਜਨਮ ਦੇ ਦੁਆਰਾ ਕੀ ਬਣਦੇ ਵੀ? ਪਰਮੇਸ਼ਰ ਦੇ ਪੁੱਤਰ ਬਣਦੇ ਹਾਂ। ਤੁਹਾਨੂੰ ਬੱਚਿਆਂ ਦੀ ਤਰ੍ਹਾਂ ਸਮਝਾ ਰਹੇ ਤੱਕ ਤੁਹਾਨੂੰ ਗੱਲ ਸਮਝ ਆਈ ਜਾਵੇ। ਇਸ ਕਿੰਨਾ ਸਟੈਪ ਆ ਆਦਮ ਦੇ ਡਿੱਗਣ ਦਾ? ਸੱਤਵਾਂ ਸਟੈਪ ਆ। ਔਰ ਇਹਦੇ ਚ ਪਰਿਣਾਮ ਦੱਸੇ ਜਾ ਰਹੇ ਆ, ਸਿੱਟੇ। ਇਹਦੇ ਡਿੱਗਣ ਦਾ ਨਤੀਜੇ ਕੀ ਹੋਏ, ਕੀ ਨਤੀਜੇ ਨਿਕਲੇ? ਉਹ ਚ ਮੈਡਮ ਜੀ ਪੜ੍ਹਦੇ ਹੋ ਪੰਜਾਬੀ ਚ। ਨੰਬਰ 1 ਕੀ ਆ? ਸਿੱਟਾ ਕੀ ਹੋ ਗਿਆ? ਸਾਰੇ ਮਨੁੱਖ ਕਿਸੇ ਵੀ ਜਾਤੀ, ਮਜ਼ਹਬ, ਪੰਥ, ਕੌਮ, ਦੇਸ਼ ਦੇ ਕਿਉਂ ਨਾ ਹੋਣ, ਕਿਸੇ ਵੀ ਜਾਤੀ ਭਾਸ਼ਾ ਦੇ ਲੋਕ ਹੋਣ, ਕਿਉਂ ਨਾ ਹੋਣ, ਸਾਰੇ ਹੀ ਪਰਮੇਸ਼ਰ ਦੇ ਸਾਹਮਣੇ ਸ਼ਰਾਪੀ ਹਨ। ਸਾਰੇ ਹੀ ਪਰਮੇਸ਼ਰ ਦੇ ਸਾਹਮਣੇ ਕੀ ਆ? ਸ਼ਰਾਪੀ ਆ। ਸਿੱਟਾ ਇਹ ਨਿਕਲਿਆ। ਦੂਸਰਾ ਸਿੱਟਾ ਕੀ ਨਿਕਲਿਆ? ਆਦਮ ਦੇ ਗੁਨਾਹ ਕਰਨ ਦੇ ਕਾਰਨ, ਡਿੱਗਣ ਦੇ ਕਾਰਨ, ਉਹ ਬਾਲ ਖਾਣ ਦੇ ਕਾਰਨ ਸਾਰਾ ਸੰਸਾਰ ਦੰਡ, ਪ੍ਰਕੋਪ ਅਤੇ ਸ਼ਰਾਪ ਦੇ ਅਧੀਨ ਹੈ। ਦੂਸਰਾ ਸਿੱਟਾ ਕੀ ਨਿਕਲਿਆ? ਸਾਰਾ ਸੰਸਾਰ ਦੰਡ ਦੇ, ਕੋਪ ਦੇ ਤੇ ਸ਼ਰਾਪ ਦੇ ਕੀ ਆ? ਅਧੀਨ ਹੈ। ਇਸੇ ਲਈ ਚੱਲ ਰਿਹਾ ਸਾਡੇ ਤੇ। ਇਸ ਲਈ ਬੰਦਾ ਦੁਹਾਈ ਦੇ ਰਿਹਾ, ਨਾ ਮੈਨੂੰ ਸੁੱਖ ਹੈ, ਨਾ ਚੈਨ ਹੈ, ਨਾ ਆਰਾਮ ਆ, ਸਗੋਂ ਬੇਚੈਨੀ ਆਉਂਦੀ ਆ। ਤੀਸਰਾ, ਜਿਨ੍ਹਾਂ ਮਨੁੱਖਾਂ ਨੂੰ ਨਵਾਂ ਜੀਵਨ ਪ੍ਰਾਪਤ ਨਹੀਂ ਹੈ, ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਨਹੀਂ ਸਗੋਂ ਸ਼ੈਤਾਨ ਦੀ ਸੰਤਾਨ ਤੀਸਰਾ ਸਿੱਟਾ ਕੀ ਨਿਕਲਿਆ? ਨਤੀਜਾ ਕੀ ਹੋਇਆ? ਉਹ ਕਿਹਦੀ ਸੰਤਾਨ ਹੋ ਗਏ ਹੋਏ ਆ? ਪਰਮੇਸ਼ਰ ਦੀ ਸੰਤਾਨ ਤੋਂ ਕਿਹਦੀ ਸੰਤਾਨ ਹੋ ਗਏ? ਸ਼ੈਤਾਨ ਦੀ ਸੰਤਾਨ ਹੋ ਗਏ। ਹਾਲੇਲੂਇਆ। ਚੌਥੀ ਗੱਲ ਆਪਾਂ ਹੁੰਦੀ, ਸਾਰੀ ਮਨੁੱਖ ਜਾਤੀ ਸ਼ੈਤਾਨ ਦੁਆਰਾ ਗੁਲਾਮ ਬਣਾ ਲਈ ਗਈ ਹੈ।
ਕਿੰਨੀ ਜਾਤੀ ਬਈ? ਸਾਰੀ ਹਾਂ। ਮਨੁੱਖ ਜਾਤੀ। ਕਿਸੇ ਵੀ ਦੇਸ਼ ਜਾਤ ਬਰਾਦਰੀ ਦੇ ਹੋਣ, ਜੰਗਲਾਂ ਤੇ ਹੋਣ, ਪਹਾੜਾਂ ਤੇ ਹੋਣ, ਗੁਫਾਵਾਂ 'ਚ ਹੋਣ, ਕਿਤੇ ਵੀ ਰਹਿੰਦਾ ਹੋਵੇ ਇਨਸਾਨ, ਕਬਜ਼ਾ ਕਿਹਦਾ ਆ? ਕਿਉਂਕਿ ਪੂਰੀ ਪ੍ਰਿਥਵੀ ਤੇ ਕਬਜ਼ਾ ਕਿਹਦਾ ਆ? ਪਹਿਲੇ ਸਵਰਗ ਤੇ ਦੂਸਰੇ ਸਵਰਗ ਤੱਕ ਕਬਜ਼ਾ ਕਿਹਦਾ ਆ? ਧਰਤੀ ਤੇ ਵੀ, ਮਨੁੱਖਾਂ ਤੇ ਵੀ। ਹਾਲੇਲੂਇਆ। ਔਰ ਉੱਪਰ ਕਿੱਥੇ ਆ? ਪਹਿला और दूसरे स्वर्ग तक भी। सूरज चांद सितारा का ਜਿਹੜਾ स्वर्ग ਆ, ਇਹ दूसरा स्वर्ग आ। हवावां बदलण वाला स्वर्ग ਕੀ ਆ ਭਲਾ? ਪਹਿਲਾ। ਉਹਦੇ ਉੱਪਰ दूसरा सूरज चांद सितारे, गैलेक्सियां, आकाश, ਇਹਦੇ ਤੇ ਵੀ ਕਿਹਦਾ ਕਬਜ਼ਾ ਆ? ਉਹ ਦੁਸ਼ਟ ਦੀਆਂ ਸ਼ਕਤੀਆਂ ਜਿਹੜੀਆਂ ਸਾਡੇ ਚ ਰੋਜ਼ ਗੰਦ ਭਰਦੀਆਂ, ਵਿਚਾਰਾਂ ਨੂੰ ਗੰਦੇ ਕਰਦੀਆਂ, ਔਰ ਸਾਡੀਆਂ ਤਮੰਨਾ ਪੂਰੀਆਂ ਕਰਾਉਣ ਲਈ ਅਸੀਂ ਕਿਸੇ ਪੱਥਰ ਦੇ ਅੱਗੇ ਵੀ ਝੁਕ ਜਾਈਏ, ਉਸ ਪੱਥਰ ਤੋਂ ਵੀ ਸਾਡੀ ਮੁਰਾਦ ਪੂਰੀ ਕਰ ਦਿੰਦੀਆਂ ਉਹ ਸ਼ਕਤੀਆਂ ਉੱਪਰੋਂ ਉਹਦੇ ਵਿੱਚ ਆ ਕੇ। ਉਹ ਕਬਜ਼ਾ ਕਿੱਥੋਂ ਤੱਕ ਹੋਣਾ? ਦੂਸਰੇ ਸਵਰਗ ਤੱਕ। ਧਰਤੀ ਤੇ ਵੀ ਕਬਜ਼ਾ, ਦੋ ਸਵਰਗ ਤੇ ਕਬਜ਼ਾ, ਤੀਸਰਾ ਸਵਰਗ ਪਰਮੇਸ਼ਰ ਕੋਲ ਹੈ। ਹਾਲੇਲੂਇਆ। ਹਾਲੇਲੂਇਆ। ਬਾਕੀ ਸਾਰੇ ਆਦਮ ਦੇ ਪਾਪ ਦੇ ਕਾਰਨ, ਆਦਮ ਦੇ ਅਣਗਹਿਲੀ ਦੇ ਕਾਰਨ, ਆਦਮ ਦੇ ਹੁਕਮ ਤੋੜਨ ਦੇ ਕਾਰਨ ਆਦਮ ਨੂੰ ਖੁਦਾ ਦੱਸ ਦੇਣਾ ਚਾਹੁੰਦਾ ਆ ਕਿੰਨਾ ਥਾਵਾਂ ਤੇ ਉਸ ਦੁਸ਼ਟ ਨੇ ਕਬਜ਼ਾ ਕੀਤਾ ਤੇਰੀ ਇਸ ਅਣਗਹਿਲੀ ਦੇ ਕਾਰਨ। ਹਾਲੇਲੂਇਆ। ਹਾਲੇਲੂਇਆ। ਸੋ ਸਿੱਟੇ ਕਿੰਨੇ ਨਿਕਲੇ ਆ? ਭਿਆਨਕ ਆ। ਧਰਤੀ ਸਾਰੀ ਭਰੀ ਪਈ ਆ ਦੁਸ਼ਟ ਸ਼ਕਤੀਆਂ ਨਾਲ, ਆਕਾਸ਼ ਸਾਰਾ ਭਰਿਆ ਪਿਆ ਅਧਿਕਾਰੀਆਂ ਦੇ ਨਾਲ। ਹਾਲੇਲੂਇਆ। ਸੋ ਧਰਤੀ ਤੇ ਪੂਜਾ ਕੋਈ ਵੀ ਕਿਸੇ ਵੀ ਨਾਮ ਦੀ ਕਰਦਾ, ਤਸਵੀਰ ਦੀ ਕਰਦਾ, ਔਰ ਮੂਰਤੀ ਦੀ ਕਰਦਾ, ਉਸ ਮੂਰਤੀ ਦੇ ਵਿੱਚ ਦੂਸਰੇ ਸਵਰਗ ਚੋਂ ਆ ਕੇ ਤਾਕਤ ਸ਼ੈਤਾਨ ਦੀ ਉਹਦੇ ਵਿੱਚ ਸਮਾ ਜਾਂਦੀ ਤੇ ਉਹਨਾਂ ਦੀ ਮੁਰਾਦ ਨੂੰ ਕੀ ਕਰ ਦਿੰਦੀ ਆ? ਪੂਰੀ ਕਰ ਦਿੰਦੀ। ਉਹਨਾਂ ਦੀ ਅੰਨ੍ਹਿਆਂ ਦੀ ਮੁਰਾਦ ਪੂਰੀ ਹੋ ਜਾਂਦੀ। ਉਹ ਸਮਝਦੇ ਕਿ ਸਾਡੀ ਮੁਰਾਦ ਕਿਹਨੇ ਪੂਰੀ ਕੀਤੀ ਆ? ਪਰਮੇਸ਼ਵਰ ਨੇ। ਇਸ ਲਈ ਉਹਨਾਂ ਦੇ ਉਹ ਕੀ ਕਰਦੇ ਆ? ਉਹਨਾਂ ਦੇ ਪ੍ਰੋਗਰਾਮ ਰਖਾਉਂਦੇ ਆ, ਠੀਕ ਹੈ ਜੀ, ਤੇ ਲੋਕਾਂ ਨੂੰ ਸੱਦਦੇ ਆ, ਆਓ ਜੀ ਸਾਡੀ ਮੁਰਾਦ ਪੂਰੀ ਹੋ ਗਈ, ਜੇ ਤੁਸੀਂ ਸਾਡੇ ਬਾਬੇ ਵੱਲੋਂ, ਸਾਡੀ ਦੇਵੀ ਵੱਲੋਂ, ਤੇ ਤੁਹਾਡੀ ਮੁਰਾਦ ਵੀ ਕੀ ਹੋ ਸਕਦੀ ਆ? ਪੂਰੀ ਹੋ ਸਕਦੀ। ਏਦਾਂ ਬੰਨ ਕੇ ਸਾਰਿਆਂ ਨੂੰ ਰੱਖਿਆ ਪਿਆ। ਸਾਰੇ ਘਰਾਂ ਤੇ ਕਬਜ਼ਾ ਕਿਹਦਾ ਆ? ਇਹਦਾ ਮਤਲਬ ਜਿੱਥੇ ਤਸਵੀਰ ਜਾਂ ਮੂਰਤੀ ਕਿਸੇ ਹੋਰ ਹੀ ਈਸ਼ਵਰ ਦੀ ਆ ਜਾਂ ਆਪਣੇ ਮਨ ਦੇ ਬਣਾਏ ਹੋਏ ਈਸ਼ਵਰ ਦੀ ਆ, ਉੱਥੇ ਕਬਜ਼ਾ ਕਿਹਦਾ? ਸ਼ੈਤਾਨ ਦਾ ਕਬਜ਼ਾ ਆ। ਔਰ ਉਨੀ ਦੇਰ ਤੱਕ ਉਹ ਕਬਜ਼ਾ ਟੁੱਟਦਾ ਨਹੀਂ ਜਿੰਨੀ ਦੇਰ ਤੱਕ ਸਾਡੇ ਅੰਦਰ ਨਵਾਂ ਜਨਮ ਹੁੰਦਾ। ਹਾਲੇਲੂਇਆ। ਆ ਜਾਓ। ਚੌਥੀ ਗੱਲ ਕੀ ਹੋ ਗਈ ਆ? ਕੀ ਸ਼ੈਤਾਨ ਨੇ ਕਿਹਾ? ਸਾਰੀ ਮਨੁੱਖ ਜਾਤੀ ਸ਼ੈਤਾਨ ਦੁਆਰਾ ਗੁਲਾਮ ਬਣਾ ਲਈ ਗਈ ਆ। ਆ ਜਾਓ ਇਹਦੇ ਲਈ ਪੜ੍ਹ ਲਓ ਦੂਸਰਾ ਕਰੰਥੀਆਂ, ਇਹਦਾ ਵਰਨ ਦੇਖ ਲਓ, ਦੂਸਰਾ ਕਰੰਥੀਆਂ 4 ਅਧਿਆਇ 4 ਆਇਤ। दूसरा करंथियां 4 अध्याय 4 आयत। जिन्हां विच इस युग दे ईश्वर ने बेप्रतीतियां ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ। ਬੇਪ੍ਰਤੀਤਿਆਂ ਨੇ ਕੀ ਕਰਤੀਆਂ? ਬੁੱਧਾਂ। ਬੁੱਧ ਯਾਨੀ ਕਿ ਬੁੱਧ ਇੱਕ ਵਚਨ ਤੇ ਬੁੱਧਾਂ ਬਹੁਵਚਨ, ਯਾਨੀ ਕਿ ਇੱਕ ਦੀ ਨਹੀਂ, ਸਾਰੇ ਬੇਪ੍ਰਤੀਤੇ ਤੋਂ ਭਾਵ ਕੀ ਆ? ਜਿਹੜੇ ਉਸ ਸੱਚੇ ਪਰਮੇਸ਼ਰ ਨੂੰ ਧਿਆਨ ਦਿੰਦੇ ਨਹੀਂ, ਜਿਹੜੇ ਆਪਣੇ ਪੁਰਖਿਆਂ ਦੇ ਪਰਮੇਸ਼ਰ ਵੱਲ ਧਿਆਨ ਦਿੰਦੇ, ਜਿਹੜੇ ਆਪਣੇ ਮਨ ਮਤੇ ਦੇ ਬਣਾਏ ਦੇਵਤਿਆਂ ਗੁਰੂਆਂ ਵੱਲ ਧਿਆਨ ਦਿੰਦੇ, ਤੇ ਉਹਨਾਂ ਨੂੰ ਕਹਿੰਦੇ ਈਸ਼ਵਰ ਆ। ਕਈਆਂ ਨੇ ਆਪਣੇ ਗੁਰੂਆਂ ਦਾ ਅੱਗੇ ਪਤਾ ਕੀ ਲਾਇਆ ਹੁੰਦਾ? ਸ਼੍ਰੀ ਸ਼੍ਰੀ ਸ਼੍ਰੀ। ਸੋ ਇਹਦਾ ਮਤਲਬ ਆ ਇਹਦੀ ਮਾਨਤਾ ਦੇ ਕੇ ਉਹਨੂੰ ਕੀ ਬਣਾ, ਕਿਹੜੀ ਥਾਂ ਤੇ ਰੱਖ ਰਹੇ ਆ? ਰੱਬ ਦੀ ਥਾਂ ਤੇ ਰੱਖ ਰਹੇ ਆ। ਇੱਕ ਬੰਦੇ ਨੂੰ, ਪਾਪੀ ਨੂੰ, ਪਾਪ ਚ ਡੁੱਬੇ ਹੋਏ ਨੂੰ ਕੀ ਕਹਿ ਰਹੇ? ਇਹ ਸਾਡਾ ਰੱਬ ਆ, ਇਹ ਸਾਡਾ ਗੁਰੂ ਰੱਬ ਸਮਾਨ ਆ। ਸੋ ਇਦਾਂ ਦੀਆਂ ਬੁੱਧਾਂ ਨੂੰ ਕਿਹਨੇ ਬੰਨਿਆ ਪਿਆ ਹੈ? ਸ਼ੈਤਾਨ ਨੇ ਬੰਨਿਆ ਪਿਆ। ਹਾਂ, ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤਿਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ, ਅੰਨੀਆਂ ਕਰਤੀਆਂ, ਅਤੇ ਮਤੇ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ। ਹਾਂ, ਬੁੱਧਾਂ ਉਹਨੇ ਅੰਨੀਆਂ ਕਿਉਂ ਕੀਤੀਆਂ ਹੋਈਆਂ ਆ ਸੰਸਾਰ ਦੇ ਲੋਕਾਂ ਦੀਆਂ? ਕਿਉਂਕਿ ਮਸੀਹ ਜਿਹੜਾ ਪਰਮੇਸ਼ਰ ਦਾ ਸਰੂਪ ਆ, ਉਹਦੇ ਤੇਜ ਦੀ ਖੁਸ਼ਖਬਰੀ, ਉਹਦੇ ਜਲਾਲ ਦੀ, ਉਹਦੀ ਰੌਸ਼ਨੀ ਦੀ ਖੁਸ਼ਖਬਰੀ ਦਾ ਚਾਨਣ ਹਾਂ ਉਹਨਾਂ ਉੱਤੇ ਪ੍ਰਕਾਸ਼ ਨਾ ਹੋਵੇ। ਹਾਂ, ਉਹਨਾਂ ਤੇ ਉਹ ਚਾਨਣ ਜਿਹੜਾ ਪ੍ਰਕਾਸ਼ ਨਾ ਹੋਵੇ। ਪਰ ਉਸ ਅੰਨੇ ਕਰਨ ਵਾਲੇ ਤਾਕਤ ਨੂੰ ਇਹ ਨਹੀਂ ਪਤਾ ਇਹਨਾਂ ਅੰਨਿਆਂ ਤੇ ਰੌਸ਼ਨੀ ਪੈ ਸਕਦੀ ਆ। ਅੰਨਾ ਰੌਸ਼ਨੀ ਤੇ ਕੀ ਕੀਤਾ ਜਾ ਸਕਦਾ ਆ? ਲਿਆਇਆ ਜਾ ਸਕਦਾ। ਹਾਲੇਲੂਇਆ। ਅੰਨਾ ਚਾਹੇ ਆਪ ਰੌਸ਼ਨੀ ਪੈਦਾ ਨਹੀਂ ਕਰ ਸਕਦਾ, ਅੰਨੇ ਦੇ ਉੱਤੇ ਰੌਸ਼ਨੀ ਪਾਈ ਜਾ ਸਕਦੀ ਆ। ਔਰ ਜਿਹੜਾ ਅੰਨਾ ਇਹਨਾਂ ਚੋਂ ਖੋਜੀ ਹੋਊਗਾ,
ਉਹ ਰੋਸ਼ਨੀ ਉਹਦੀਆਂ ਅੱਖਾਂ ਨੂੰ ਕੀ ਕਰ ਦੂਗੀ? ਹਾਲੇਲੂਇਆ ਹਾਲੇਲੂਇਆ। ਸਮੁੰਦਰ 'ਚ ਤੁਸੀਂ ਭਾਵੇਂ ਲੱਖ ਬੋਤਲਾਂ ਸਿੱਟਦੇ ਹੋ, ਢੱਕਣ ਖੋਲ ਕੇ ਸਾਰੀਆਂ ਕੀ ਹੋ ਜਾਣਗੀਆਂ? ਪਾਣੀ ਨਾਲ ਭਰ ਜਾਣਗੀਆਂ। ਪਰ ਜੇਕਰ ਢੱਕਣ ਬੰਦ ਕਰਕੇ ਸਿੱਟੋਗੇ ਜੋ ਭਰ ਸਕੂਗੀ ਨਹੀਂ। ਸੋ ਜਿਹੜੇ ਆਪ ਖੋਜੀ ਹੋਣਗੇ ਸੱਚੇ ਪਰਮੇਸ਼ਰ ਦੇ, ਤੇ ਪ੍ਰਮਾਤਮਾ ਉਹਨਾਂ को अपने दास ਨੂੰ ਜਾਊਗਾ, ਜਲਾਲੀ ਵਚਨ ਉਹਨਾਂ ਤੇ ਸੁਣਾਇਆ ਜਾਊਗਾ, ਔਰ ਰੋਸ਼ਨੀ ਦਾ ਵਚਨ ਉਹਨਾਂ ਤੇ ਪ੍ਰਕਾਸ਼ ਹੋਗਾ। ਉਹਨਾਂ ਦੀ ਬੁੱਧ ਕੀ ਹੋ ਜੂਗੀ? ਹਾਲੇਲੂਇਆ। ਜਿੱਦਾਂ ਸਾਡੇ ਚੋਂ ਕਈਆਂ ਦੀ ਕੀ ਹੋ ਗਈ ਆ? ਬੁੱਧ ਖੁੱਲ ਗਈ ਆ। ਹਾਲੇਲੂਇਆ। ਸੋ ਸਿੱਟਾ ਇਹਦੇ ਚ ਚੌਥਾ ਆਪਾਂ ਦੇਖਿਆ ਆ ਕਿ ਸਾਰੀ ਮਨੁੱਖ ਜਾਤੀ ਉਹਨਾਂ ਨੇ ਕੀ ਕਰ ਲਿਆ ਹੋਇਆ? ਗੁਲਾਮ ਕਰ ਲਿਆ। ਇਸ ਲਈ ਅਸੀਂ ਕਿਸੇ ਭਰਮ ਵਿੱਚ ਰਹੀਏ ਨਾ, ਕਿਸੇ ਹੋਰ ਪਾਸੇ ਨੂੰ ਆਪਣਾ ਆਸਰਾ ਰੱਖੀਏ ਨਾ। ਉਹ ਅਣਡਿੱਠ ਪਰਮੇਸ਼ਰ ਜਿਹੜਾ ਆ, ਉਹ ਅਨਾਦਿ ਈਸ਼ਵਰ ਜਿਹੜਾ ਆ, ਉਹ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਰ ਆ, ਉਹਦੇ ਵੱਲ ਆਪਾਂ ਧਿਆਨ ਕਰੀਏ। ਉਹਨੂੰ ਕਿਸੇ ਮੂਰਤ ਦੇ ਵਿੱਚੋਂ ਦੀ ਲੱਭਣ ਦੀ ਕੋਸ਼ਿਸ਼ ਨਾ ਕਰੀਏ। ਮੂਰਤ ਦੇ ਨਾਲ ਉਹਨੂੰ ਮਿਲਾ ਕੇ ਨਾ ਦੇਖੀਏ। ਹਾਲੇਲੂਇਆ। ਕਿਉਂਕਿ ਉਹਨੂੰ ਜਦੋਂ ਵੀ ਅਸੀਂ ਪਾਵਾਂਗੇ ਆਪਣੀ ਇਸ ਮੂਰਤ ਵਿੱਚੋਂ ਹੀ ਪਾਵਾਂਗੇ। ਹਾਲੇਲੂਇਆ। ਜੇ ਆਪਾਂ ਕਹਿ ਸਕਾਂਗੇ ਪਰਮੇਸ਼ਰ ਕਿਹਦੇ ਵਰਗਾ ਆ, ਤੇ ਇਹ ਕਹਿ ਸਕਾਂਗੇ ਪਰਮੇਸ਼ਰ ਮੇਰੇ ਵਰਗਾ। ਹਾਲੇਲੂਇਆ। ਕਿਉਂਕਿ ਪ੍ਰਭੂ ਕਹਿੰਦਾ ਆ ਜਿਹੜਾ ਤੁਹਾਨੂੰ ਕਬੂਲ ਕਰਦਾ ਉਹ ਕਿਹਨੂੰ ਕਰਦਾ ਆ? ਮੈਂ ਪਿਤਾ ਚੋਂ ਹਾਂ ਤੇ ਤੁਸੀਂ ਮੇਰੇ ਚੋਂ। ਜਿਹਨੇ ਤੁਹਾਨੂੰ ਦੇਖਿਆ ਉਹਨੇ ਕਿਹਨੂੰ ਦੇਖਿਆ? ਪਿਤਾ ਨੂੰ ਦੇਖਿਆ। ਸੋ ਤੁਸੀਂ ਮੇਰੀ ਸੂਰਤ ਨੂੰ ਕੀ ਕਰਦੇ ਲੋਕਾਂ ਵਿੱਚ? ਦਿਖਾ ਦੇ। ਸੋ ਅਸੀਂ ਆ ਉਹਦੀ ਅਸਲ ਉਹ ਸੂਰਤ, ਉਹ ਅਸਲ ਜੀਦੀ ਸੂਰਤ, ਜਿਹਦੇ ਵਿੱਚੋਂ ਦੀ ਖੁਦਾ ਆਪਣੇ ਆਪ ਨੂੰ ਪ੍ਰਕਾਸ਼ਿਤ ਕਰ ਦੇਣਾ ਚਾਹੁੰਦਾ ਦੂਸਰਿਆਂ ਨੂੰ। ਇਦਾਂ ਦੇ ਆਪਣੇ ਆਪ ਨੂੰ ਬਣਾ ਲਈਏ। ਪ੍ਰਾਰਥਨਾ ਦਾ ਜੀਵਨ ਅਪਣਾਈਏ, ਆਗਿਆਕਾਰੀ ਦਾ ਜੀਵਨ ਅਪਣਾਈਏ, ਅਧੀਰਗੀ ਦਾ ਜੀਵਨ ਅਪਣਾ ਲਈਏ, ਤੇ ਖੁਦਾ ਆਪਣੇ ਆਪ ਹੀ ਅੱਖਾਂ ਦੀ ਰੋਸ਼ਨੀ ਨੂੰ ਕਰਦਾ ਜਾਊਗਾ, ਖੋਲਦਾ ਜਾਊਗਾ। ਸਿਰਕੇ ਲੱਥਣੇ ਸ਼ੁਰੂ ਹੋ ਜਾਣਗੇ। ਅੱਖਾਂ ਬੰਦ ਕਰੀਏ। ਹਾਲੇਲੂਇਆ। ਖੁਦਾਵੰਦ ਖੁਦਾ ਤੇਰਾ ਸ਼ੁਕਰ, ਤੇਰੀ ਤਾਰੀਫ ਹੋ, ਧੰਨਵਾਦ ਹੋ ਅੱਜ ਅੱਛੇ ਸਮੇਂ ਲਈ ਬੈਠ ਕੇ। ਜਦੋਂ ਖੁਦਾਵੰਦ ਅਸੀਂ ਆਦਮ ਦੇ ਡਿੱਗਣ ਨੂੰ ਦੇਖ ਰਹੇ ਹਾਂ, ਅਸਲ ਦੇ ਵਿੱਚ ਅਸੀਂ ਆਦਮ ਦੇ ਡਿੱਗਣ ਨੂੰ ਦੇਖ ਰਹੇ ਹਾਂ, ਆਪਣੀ ਡਿੱਗੀ ਹੋਈ ਹਾਲਤ ਨੂੰ ਦੇਖ ਰਹੇ ਹਾਂ। ਪ੍ਰਭੂ ਤੂੰ ਸਾਡੇ ਇਸ ਡਿੱਗਣ ਦੀ ਹਾਲਤ ਨੂੰ ਜਦੋਂ ਸਾਡੇ ਤੇ ਪ੍ਰਗਟ ਕਰ ਰਿਹਾ ਖੁਦਾਵੰਦ, ਅਸੀਂ ਗੰਭੀਰ ਹੋ ਜਾਈਏ। ਔਰ ਜਿੱਦਾਂ ਆਦਮ ਨੇ ਗਲਤੀ ਕੀਤੀ ਉੱਤੇ ਦੋਸ਼ ਲਾਤਾ ਔਰਤ ਤੇ, ਅਸੀਂ ਤੂੰ ਦੂਸਰੇ ਤੇ ਕਿਤੇ ਦੋਸ਼ ਨਾ ਲਾਈਏ। ਮੈਨੂੰ ਤਾਂ ਪੈਦਾ ਹੀ ਇੱਥੇ ਹੋਇਆ ਜੀ, ਮੈਨੂੰ ਤਾਂ ਪੈਦਾ ਹੀ ਇਹਨਾਂ ਨੇ ਕੀਤਾ ਆ ਨਾ। ਇਦਾਂ ਨਾ ਕੀ ਪ੍ਰਭੂ ਕਹਿ ਦਈਏ, ਪ੍ਰਭੂ ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰ, ਤਾਂ ਕਿ ਖੁਦਾ ਸਾਡੇ ਤੇ ਆਪਣਾ ਜਲਾਲ ਚਮਕਾ ਦੇ। ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਹੁਣ ਸਾਡੇ ਖੁਦਾਵੰਦ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਿਤਾ ਦਾ ਪਾਤਸ਼ਾਹ ਕੌਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਨਾਲ ਦੀ ਰਹੇ। ਆਮੀਨ ਆਮੀਨ। ਹਾਲੇਲੂਇਆ।